यस गाइस, सो गाइस विदाउट वेस्टिंग ऑफ टाइम ਤੁਹਾਨੂੰ ਮੈਂ ਦੱਸੂਗਾ ਕੱਲ ਆਪਾਂ ਕੀ ਕਰ ਰਹੇ ਸੀ। ਕੱਲ ਦੀ ਕਲਾਸ ਵਿੱਚ ਕੀ ਕਰ ਰਹੇ ਸੀਗੇ ਆਪਾਂ? ਕੱਲ ਦੀ ਕਲਾਸ ਦੇ ਵਿੱਚ ਕੀਤਾ ਸੀ ਪ੍ਰਾਈਮ ਮਿਨਿਸਟਰ ਦੇ ਰਿਗਾਰਡਿੰਗ ਤੇ ਇਸ ਦੇ ਵਿੱਚ ਸ਼ੁਰੂ ਕੀਤਾ ਸੀ ਆਰਟੀਕਲ 74(1). ਸਭ ਨੂੰ ਪਤਾ ਲੱਗ ਗਿਆ 74 ਕੀ ਹੈ ਕਿ ਇੱਕ ਕੌਂਸਲ ਆਫ ਮਿਨਿਸਟਰ जिसका हेड कौन है पीएम, एक मंत्रिमंडल है जिसका हेड कौन है पीएम, यह एड एंड एडवाइस देंगे किसको? प्रेसिडेंट, एड एंड एडवाइस। सो गाइस आर्टिकल 75, पीएम इज अपॉइंटेड बाय अगेन सो ਆਪਾਂ ਨੇ ਕੱਲ ਬਹੁਤ ਸਾਰੀਆਂ ਗੱਲਾਂ ਕਰ ਲਈਆਂ ਸੀਗੀਆਂ ਪੀਐਮ ਦੇ ਰਿਗਾਰਡਿੰਗ ਲਾਸਟ ਲੈਕਚਰ ਤੇ ਅੱਗੇ ਮੂਵ ਕਰਾਂਗੇ। ਰਾਈਟ, ਪ੍ਰਾਈਮ ਮਿਨਿਸਟਰ ਦੇ ਰਿਗਾਰਡਿੰਗ ਆਪਾਂ ਨੇ ਬਹੁਤ ਕੁਝ ਕਰ ਲਿਆ ਸੀਗਾ, ਕਾਫੀ ਕੁਝ ਦੱਸਤਾ ਸੀ। ਜਿਹੜਾ ਰਿਮੇਨਿੰਗ ਪੋਰਸ਼ਨ ਰਹਿ ਗਿਆ ਮੈਂ ਤੁਹਾਨੂੰ ਅੱਜ ਐਕਸਪਲੇਨ ਕਰ ਦੂੰਗਾ ਇਸ ਕਲਾਸ ਦਾ। ਪ੍ਰਾਈਮ ਮਿਨਿਸਟਰ 74 ਦੇ ਵਿੱਚ ਕੀ ਹੈ? ਮੰਤਰੀ ਮੰਡਲ ਹੈ ਜਿਸ ਦਾ ਮੁਖੀ ਕੌਣ ਹੈ? ਪੀਐਮ ਹੈ ਤੇ ਇਸ ਦੀ ਨਿਯੁਕਤੀ ਇਹ ਸਲਾਹ ਮਸ਼ਵਰਾ ਦੇਣਗੇ ਕਿਸ ਨੂੰ? ਰਾਸ਼ਟਰਪਤੀ ਨੂੰ ਸਲਾਹ ਮਸ਼ਵਰਾ ਦੇਣਗੇ। ਸੈਕੰਡ ਪੁਆਇੰਟ ਹੈ 75 ਤਾਂ 75 ਆਰਟੀਕਲ ਕੀ ਕਹਿੰਦਾ ਕਿ ਪੀਐਮ ਦੀ ਨਿਯੁਕਤੀ ਕਿਸ ਦੇ ਦੁਆਰਾ ਹੋਏਗੀ? ਰਾਸ਼ਟਰਪਤੀ ਦੀ। ਪੀਐਮ ਇਜ਼ ਅਪਾਇੰਟਡ ਬਾਈ ਪ੍ਰੈਜ਼ੀਡੈਂਟ। ਯੈਸ ਗਾਇਸ, ਇਹ ਗੱਲਾਂ ਕਰਨੀਆਂ ਸੀ। ਤੇ ਆਪਣੇ ਇੰਡੀਆ ਦੇ ਵਿੱਚ ਸਿਰਫ 3 ਪੀਐਮ ਨੇ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਸੀ ਤੇ ਪੀਐਮ ਬਣੇ। ਆਪਣੇ ਇੰਡੀਆ ਦੇ ਇਤਿਹਾਸ ਦੇ ਵਿੱਚ ਸਿਰਫ 3 ਪੀਐਮ ਨੇ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਸੀ ਤੇ ਪੀਐਮ ਬਣੇ। ਇੰਦਰਾ ਗਾਂਧੀ, HD ਦੇਵਗੌੜਾ ਤੇ ਡਾਕਟਰ ਮਨਮੋਹਨ ਸਿੰਘ। ਯੈਸ, ਪੀਐਮ ਦਾ ਟਾਈਮ ਪੀਰੀਅਡ ਕੀ ਹੁੰਦਾ? ਪੀਐਮ ਦਾ ਟਾਈਮ ਪੀਰੀਅਡ ਕੀ ਹੁੰਦਾ? ਨॉट ਫਿਕਸਡ। ਤਾਂ ਪੀਐਮ ਦੀ ਜੋ ਕਾਰਜਕਾਲ ਹੈ ਉਹ 5 ਸਾਲ ਦਾ ਨਹੀਂ ਹੈ, ਧਿਆਨ ਰੱਖਿਓ, ਉਹ ਫਿਕਸ ਨਹੀਂ ਹੈ। ਆਪਣੇ ਇੰਡੀਆ ਦੇ ਵਿੱਚ ਗਵਰਨਮੈਂਟ ਦਾ ਮੁਖੀ ਹੈ ਪੀਐਮ, ਬਿਲਕੁਲ ਸਹੀ ਹੈ। ਪਾਰਲੀਮੈਂਟਰੀ ਸਿਸਟਮ ਦੇ ਵਿੱਚ ਕੀ ਹੈ? ਸਭ ਤੋਂ ਉੱਚੀ ਪੋਜੀਸ਼ਨ ਕਿਸ ਦੀ ਹੈ? ਹਾਈਐਸਟ ਪੋਜੀਸ਼ਨ ਕਿਸ ਦੀ ਹੈ? ਪੀਐਮ ਦੀ ਹੈ। ਪੀਐਮ ਹੈਡ ਹੈ ਦੋਨਾਂ ਦਾ। ਕਿਹਦਾ ਹੈਡ ਹੈ ਗਾਇਸ? ਦੱਸ ਸਕਦਾ ਪੀਐਮ ਕਿਸ ਦਾ ਮੁਖੀ ਹੈ? ਬੋਥ ਪਾਰਲੀਮੈਂਟ ਐਜ਼ ਵੈਲ ਐਜ਼ ਐਗਜ਼ੀਕਿਊਟਿਵ। ਪੀਐਮ ਨੇ ਆਪਣੇ ਇੰਡੀਆ 'ਚ ਹਾਈਐਸਟ ਪੋਜੀਸ਼ਨ ਪਾਈ ਹੈ ਪਾਰਲੀਮੈਂਟਰੀ ਸਿਸਟਮ 'ਚ, ਹਾਈਐਸਟ ਪੋਜੀਸ਼ਨ। ਤੇ ਇਹ ਹੈਡ ਹੈ ਦੋਨਾਂ ਦਾ, ਇੱਕ ਤਾਂ ਪਾਰਲੀਮੈਂਟ ਦਾ, ਦੂਜੇ ਨੰਬਰ ਤੇ ਐਗਜ਼ੀਕਿਊਟਿਵ ਕਾਰਜਪਾਲਿਕਾ ਦਾ। ਯੈਸ, ਤਾਂ ਇਸ ਦੀ ਟਰਮ ਫਿਕਸ ਨਹੀਂ ਹੁੰਦੀ, 5 ਸਾਲ ਨਹੀਂ ਹੁੰਦੀ, ਨॉट ਫਿਕਸਡ ਆਊਗਾ ਆਨਸਰ। ਕੀ ਆਊਗਾ? नॉट ਫਿਕਸਡ। ਇਹ ਕਿਹਦੀ ਖੁਸ਼ੀ ਦੇ ਆਧਾਰ ਤੇ ਬਣਿਆ ਰਹਿੰਦਾ ਹੈ ਆਪਣੀ ਪੋਜੀਸ਼ਨ ਤੇ? ਰਾਸ਼ਟਰਪਤੀ ਦੀ, ਪ੍ਰੈਜ਼ੀਡੈਂਟ ਦੀ ਖੁਸ਼ੀ ਦੇ ਆਧਾਰ ਤੇ ਇਹ ਲਗਾਤਾਰ ਓਕੂਪਾਈ ਕਰਦਾ ਹੈ ਆਪਣਾ ਸੀਟ। मतलब इसका ऐ ना सोचियो कि राष्ट्रपति इनू कदे भी हटा सकता है। राष्ट्रपति उन्नी देर तक नहीं हटा सकता जितनी देर तक की इसदे कोले मेजोरिटी है, इसदे सारे एमपी इहदे नाल खड़े ने। जदों इह एकता दे विच ने, इन्हां नूं कोई नहीं तोड़ सकता। ध्यान रखियो, तो जदों तक इन्हां कोले मेजोरिटी है, कॉन्फिडेंस है लोक सभा दे विच, उदों तक बने रहणगे। जदों कॉन्फिडेंस मेजोरिटी खत्म होगी ਤਾਂ ਅਲਟੀਮੇਟਲੀ ਕੀ ਹੈ? ਜਾਂ ਤਾਂ ਪੀਐਮ ਅਸਤੀਫਾ ਦੇ ਜੂਗਾ ਜਾਂ ਤਾਂ ਰਾਸ਼ਟਰਪਤੀ ਇਸ ਨੂੰ ਡਿਸਮਿਸ ਕਰ ਦੂਗਾ। ਲਾਸਟ ਟਾਈਮ ਆਪਾਂ ਨੇ ਇਹ ਚੀਜ਼ਾਂ ਕੀਤੀਆਂ ਸੀ। ਯੈਸ, ਸੋ ਗਾਇਸ ਕੁਝ ਇੰਪੋਰਟੈਂਟ ਆਰਟੀਕਲ आर्टिकल 78 ਚ ਕੀ ਆਉਂਦੀਆਂ ਨੇ? ਡਿਊਟੀਜ਼ ਆਫ ਪੀਐਮ। ਪੀਐਮ ਦੀਆਂ ਡਿਊਟੀਜ਼, ਪੀਐਮ ਦੇ ਕਰਤੱਵ। ਪੇਪਰ ਚ ਪੁੱਛ ਲੈਂਦੇ ਨੇ, ਕਹਿੰਦੇ ਪੀਐਮ ਦੀ ਜੋ ਡਿਊਟੀਜ਼ ਨੇ ਉਹ ਕਿਸ ਆਰਟੀਕਲ ਚ ਨੇ? ਤਾਂ ਇਹ ਇੱਕ ਔਖਾ ਕੁਐਸਚਨ ਬਣ ਗਿਆ ਜਿਸ ਨੂੰ ਕੀ ਹੈ ਈਜ਼ੀਲੀ ਕੋਈ ਟੈਕਲ ਨਹੀਂ ਕਰ ਸਕਦਾ। ਸੈਕੰਡਲੀ ਗੱਲ ਹੈ ਕਿ ਇਹ ਡਿਊਟੀਜ਼ ਕਿੰਨੇ ਤਰ੍ਹਾਂ ਦੀਆਂ ਨੇ? ਇਹ ਪੀਟੈਟ ਦੇ ਐਗਜ਼ਾਮ ਚ ਪੁੱਛਿਆ ਜਾ ਚੁੱਕਿਆ ਹੈ ਕਿ ਪੀਐਮ ਦੀਆਂ ਕਿੰਨੇ ਤਰ੍ਹਾਂ ਦੀ ਡਿਊਟੀਜ਼ ਹੁੰਦੀਆਂ ਨੇ? 3 तरह की ड्यूटीज होंदियां ने। यह आर्टिकल 78 इंपॉर्टेंट पॉइंट्स के ऊपर फोकस करांगे गाइस, इंपॉर्टेंट पॉइंट्स। ठीक है जी, नेक्स्ट अगे
जो नेक्स्ट पॉइंट लिखना है, बहुत इंपॉर्टेंट है जो मैं पॉइंट्स लिखे हैं। कहते प्रिंसिपल चैनल ऑफ कम्युनिकेशन, संचार का संचार मतलब एक तो दूसरी जगह पे सिंपल मैनर ਦੇ ਨਾਲ मैं ਤੁਹਾਨੂੰ ਦੱਸੂਗਾ ਕਿ ਵੀ ਰਾਸ਼ਟਰਪਤੀ ਤੇ ਮੰਤਰੀ ਮੰਡਲ ਦੇ ਵਿਚਕਾਰ ਕੜੀ ਦਾ ਕੰਮ ਕੌਣ ਕਰਦਾ ਹੈ। ਇਹ ਕੜੀ ਦਾ ਕੰਮ ਪਤਾ ਕੌਣ ਕਰਦਾ ਹੈ? ਪੀਐਮ ਕਰਦਾ ਹੈ। ਪੇਪਰ ਚ ਆਉਂਦਾ ਹੈ ਕੁਐਸਚਨ, ਪੇਪਰ ਚ ਆ ਰੱਖਿਆ ਹੈ ਕਿ ਮੰਤਰੀ ਮੰਡਲ ਤੇ ਰਾਸ਼ਟਰਪਤੀ ਦੇ ਵਿਚਕਾਰ ਪ੍ਰਿੰਸੀਪਲ ਕਮਿਊਨੀਕੇਸ਼ਨ ਕੌਣ ਹੈ ਜਾਂ ਫਿਰ ਕੜੀ ਦਾ ਕੰਮ ਕੌਣ ਕਰਦਾ ਹੈ। मतलब अपने सारे मंत्री मंडल ਦੀਆਂ जो ਇਨਫੋਰਮੇਸ਼ਨ ਹੈ ਉਹ ਕਿਹਨੂੰ ਦਿੰਦਾ ਹੈ? ਪੀਐਮ ਨੂੰ ਦਿੰਦਾ। ਪ੍ਰਿੰਸੀਪਲ ਚੈਨਲ, ਇਹ ਡਿਊਟੀ ਹੈ ਪੀਐਮ ਦੀ। ਇਹ ਗਾਇਸ ਪੀਐਮ ਦੀ ਡਿਊਟੀ ਹੈ ਕਿ ਉਹ ਆਪਣੇ ਮੰਤਰੀ ਮੰਡਲ ਆਪਣੀ ਸਰਕਾਰ ਦੇ ਕੰਮਾਂ ਕਾਰਾਂ ਬਾਰੇ ਪਾਲਿਸੀਜ਼ ਬਾਰੇ ਕੀ ਹੈ ਰਾਸ਼ਟਰਪਤੀ ਨੂੰ ਸਮੇਂ-ਸਮੇਂ ਸਿਰ ਕੀ ਹੈ ਦੱਸੋਗਾ ਕਿ ਉਹ ਕਿਸ ਤਰੀਕੇ ਨਾਲ ਪ੍ਰਸ਼ਾਸਨ ਚਲਾ ਰਹੇ ਨੇ, ਕਿਸ ਤਰੀਕੇ ਦੇ ਨਾਲ ਕੀ ਹੈ ਵਿਧੀ ਵਿਧਾਨ ਬਣਾ ਰਹੇ ਨੇ, ਇਸ ਦੀ ਜਾਣਕਾਰੀ ਦਊਗਾ ਇਸ ਨੂੰ ਰਾਸ਼ਟਰਪਤੀ ਨੂੰ। ਮੋਸਟ ਇੰਪੋਰਟੈਂਟ ਪੁਆਇੰਟ ਹੈ। कहते लोअर हाउस का मुखी कौन होगा? देखो जी, लोअर हाउस मतलब लोक सभा। लोक सभा का लीडर कौन होगा? पीएम होगा। जे ओह मैंबर है उस लोक सभा का, तां जे कोई बंदा राज्य सभा का मैंबर होवे, सुन लो, जे कोई व्यक्ति राज्य सभा तो पीएम बन गया होवे कि भी वो लीडर होगा हाउस का। वैसे तो तुम सही दसना राज्यसभा तो सिर्फ 3 बंदे ही चुने गए ने, दस चुके हैं, इंदिरा गांधी, एचडी देवगौड़ा ते उस तो बाद मनमोहन सिंह। आमतौर के ऊपर लोअर हाउस का लीडर कौन होता है? पीएम होता है। देखो जी पीएम एडवाइस करता, पीएम राष्ट्रपति नु एडवाइस करता, की एडवाइस करता? सम्मन ते पार्लीमेंट के सैशन नु रोकण लई, सम्मन भेजण लई ते पार्लीमेंट के सैशन नु रोकण लई। यस, मतलब he advises the president with regard to summoning and proroguing of the session of the parliament। मैं सिंपल मैनर च तुहानू दसदा कादे वास्ते सम्मन भेजूगा ते संसद दे किसी भी सैशन नू रोकण वास्ते। यस, होर की दूजे नंबर ते की लिखोगे? he can recommend dissolution of the lok sabha to the president at any time। कि ਤੁਹਾਨੂੰ ਪਤਾ पीएम कदे भी राष्ट्रपति ਨੂੰ ਕਹਿ ਸਕਦਾ ਲੋਕ ਸਭਾ ਨੂੰ ਭੰਗ ਕਰਨ ਵਾਸਤੇ। ਇਹ ਕਦੋਂ ਕਹੂਗਾ? ਜਦੋਂ ਉਹਦਾ ਹੀ ਮੰਤਰੀ ਮੰਡਲ, ਉਹਦੇ ਹੀ ਐਮਪੀ, ਉਸਦੇ ਹੀ ਮਿਨਿਸਟਰ ਉਸਦੇ ਅਗੇਂਸਟ ਹੋ ਗਏ। ਉਦੋਂ ਕਹੂਗਾ ਜੀ ਮੈਂ ਤਾਂ ਡੁੱਬ ਰਿਹਾ, ਮੈਂ ਇਹਨਾਂ ਨੂੰ ਵੀ ਡੁਬਾਊਂਗਾ, ਲੋਕ ਸਭਾ ਨੂੰ ਭੰਗ ਕਰ ਦੋ। ਤਾਂ ਰਾਸ਼ਟਰਪਤੀ ਨੂੰ ਕਦੇ ਵੀ ਕਹਿ ਸਕਦਾ ਹੈ ਲੋਕ ਸਭਾ ਨੂੰ ਭੰਗ ਕਰਨ ਵਾਸਤੇ ਕੌਣ? प्रेसिडेंट। बहुत इंपॉर्टेंट पॉइंट। तीजा पॉइंट लिखना, he announces government policies on the floor of the house। he announces गवर्नमेंट पॉलिसीज ऑन द फ्लोर ऑफ द हाउस। मतलब गवर्नमेंट ਦੀਆਂ ਜਿੰਨੀਆਂ ਵੀ ਨੀਤੀਆਂ ਹੁੰਦੀਆਂ ਨੇ ਉਸ ਨੀਤੀਆਂ ਨੂੰ ਲੋਕ ਸਭਾ ਦੇ ਵਿੱਚ ਕੌਣ ਅਨਾਉਂਸ ਕਰਦਾ ਹੈ? ਪੀਐਮ ਅਨਾਉਂਸ ਕਰਦਾ ਹੈ। अंडरस्टैंड गाइस? आई होप एक चीज समझ आ गई। यस गाइस, अंडरस्टैंड।
जो भारत का पीएम हुंदा है वो पीएम के नाल नाल किसदा चेयरमैन या हेड हुंदा है। यस, पता होनी चाहिए ने केड़े केड़े संगठनां दा वो की हुंदा है, हेड हुंदा है। जिवें कि लिख रहे हो तुसीं नीति आयोग। गाइस यह नीति आयोग का पुराना नाम की सी? प्लानिंग कमीशन। अपने देश ਦੇ ਵਿੱਚ 5 ਸਾਲਾ ਪਲਾਨ ਬਣਾਉਂਦੀ ਸੀ ਇਹ ਪਲਾनिंग ਕਮਿਸ਼ਨ। 2015 ਦੇ ਵਿੱਚ ਇਹਦਾ ਨਾਮ ਕੀ ਪੈ ਗਿਆ? ਨੀਤੀ ਆਯੋਗ। ਤੇ ਇਸ ਨੀਤੀ ਆਯੋਗ ਦਾ ਚੇਅਰਮੈਨ ਪੀਐਮ ਹੁੰਦਾ ਹੈ, ਪੀਐਮ। ਦੂਜੇ ਨੰਬਰ ਤੇ नेशनल डेवलपमेंट काउंसिल। नेशनल डेवलपमेंट काउंसिल राष्ट्रीय विकास परिषद। राष्ट्रीय विकास परिषद। तीजे नंबर पे इंटर स्टेट काउंसिल, अंतरराज्यी परिषद। इंटर स्टेट काउंसिल का चेयरमैन भी होंगे। बहुत सारिया ऑर्गेनाइजेशन का चेयरमैन होंगे। तीन तो थोड़ा पता लग गया, बाकी मैं थोड़ा ऑरली दसदा पिया जिवें कि होर किहड़ियां ने। नेशनल गंगा रिवर बेसिन अथॉरिटी। नेशनल गंगा रिवर बेसिन अथॉरिटी। नेशनल गंगा रिवर बेसिन अथॉरिटी। इस तो इलावा नेशनल कमीशन फॉर पॉपुलेशन कंट्रोल। नेशनल कमीशन फॉर पॉपुलेशन कंट्रोल। पॉपुलेशन कंट्रोल वाली कमीशन का चेयरमैन। उस तो बाद डिपार्टमेंट ऑफ एटॉमिक एनर्जी। परमाणु ऊर्जा वाला जो विभाग है, परमाणु ऊर्जा वाला जो विभाग है, डिपार्टमेंट ऑफ एटॉमिक एनर्जी। एटॉमिक, ATOMIC, एटॉमिक एनर्जी। नेशनल डिजास्टर मैनेजमेंट अथॉरिटी। नेशनल डिजास्टर मैनेजमेंट अथॉरिटी। यस, इन सारिया संस्थावां दा पीएम। नेशनल डिजास्टर मैनेजमेंट अथॉरिटी। यस गाइस, इस तो बाद काउंसिल ऑफ मिनिस्टर्स। व्हाट इज काउंसिल ऑफ मिनिस्टर? इनू बोलते हैं आप मंत्री मंडल या फिर मंत्री परिषद। एक कोई चीज है, कंफ्यूज ना हो। मंत्रिमंडल या फिर मंत्री परिषद। जो यह मंत्रिमंडल हुंदा है ये हमेशा रूलिंग पार्टी का ही होगा। यस, हमेशा जीती हुई पार्टी का ही होगा। ते यह किन्ने प्रतिशत हुंदा है? काउंसिल ऑफ मिनिस्टर इंक्लूडिंग पीएम। काउंसिल ऑफ मिनिस्टर इंक्लूडिंग पीएम 15% ऑफ दैट हाउस। 15%। ये चीज कदों आई सी गाइस? ये चीज कदों आई सी? फर्स्ट अमेंडमेंट 2003। बिल्कुल सही है, बिल्कुल सही है। 91st अमेंडमेंट 2003। हुण 15% मतलब सुनियो ध्यान नाल। अपने लोक सभा च किन्ने मैंबर हुंदे ने टोटल? 550। इस टाइम किन्ने ने? 500। इस टाइम किन्ने ने? 543। ठीक है। ਆਪਾਂ फिर जो ये हिसाब किताब लाने ना तो बहुत औखा हो जाएगा। मैं मोटा मोटा चीज चक लेना। मैं कह देना 550 का कितने परसेंट? 15%।
ਹੁਣ ਇਹਨੂੰ मैं कटा नहीं सकता 2 ਤੇ, ठीक है ना, क्योंकि ये 27.5 आ गया। ਹੁਣ 27 ਤੇ कितना ਹੁੰਦਾ 81 ਹੁੰਦਾ। ਤਾਂ 550 ਦਾ मैंने 15% ਕੱਟਦਾ, पता कितना बन गया 81 बन गया लगभग बिना पॉइंटां ਤੋਂ। ਤਾਂ ਇਹ 81 ਬੰਦੇ किस ਦੇ ਵਿੱਚ ਹੋਣਗੇ ਮੰਤਰੀ ਮੰਡਲ। ਜਿਹੜੇ ਬਾਕੀ ਰਹਿ ਗਏ ਉਹ ਬਾਕੀ ਹਰ ਇੱਕ ਸੈਸ਼ਨ ਦੇ ਵਿੱਚ ਜੁੜਨਗੇ, ਵਿਰੋਧ ਕਰਨਗੇ, ਜਾਂ ਫਿਰ ਸੁੱਤੇ ਰਹਿਣਗੇ, ਜਾਂ ਫਿਰ ਲੜਦੇ ਰਹਿਣਗੇ, ਕੁਛ ਨਾ ਕੁਛ ਐਕਟੀਵਿਟੀਜ਼ ਤਾਂ ਕਰਨਗੇ 81 ਤੋਂ ਇਲਾਵਾ। ਇਹੀ ਚੀਜ਼ ਸੇਮ ਨੀਚੇ ਹੈ। ਨੀਚੇ ਮਤਲਬ ਆਪਣੀਆਂ ਰਾਜ ਦੀਆਂ ਵਿਧਾਨ ਸਭਾ ਦੇ ਵਿੱਚ, ਜਿਹਦੇ ਵਿੱਚ ਕੀ ਹੁੰਦੇ ਨੇ ਐਮਐਲਏ। ਮੰਨ ਲਓ ਆਪਣੇ ਪੰਜਾਬ ਦੇ ਵਿੱਚ ਕਿੰਨੇ ਐਮਐਲਏ ਨੇ 117 117 ਨੇ, ਪਰ 117 ਨਾਲ ਕਰਨਾ ਔਖਾ ਹੈ, ਮੈਂ ਇੱਥੇ 115 ਲੈ ਲਾਂ। सोलह 16 चौके 64 तो 16 होंगे अपने आप पार्टी दे, अपनी आप पार्टी है ਉਹਦਾ ਮੰਤਰੀ ਮੰਡਲ ਕਿੰਨੇ ਪਰਸੈਂਟ ਹੋਊਗਾ 15% ਹੋਊਗਾ। 117 ਨੇ ਮੈंने 115 ਲੈ ਲਏ ਤਾਂ ਇੱਥੇ ਤੁਸੀਂ 16 ਦੀ ਜਗ੍ਹਾ ਤੇ 17 ਵੀ ਲਿਖ ਸਕਦੇ ਹੋ। ਉਹ ਕਿਉਂ ਲਿਖ ਸਕਦੇ ਹੋ, मैंने 115 ਲੈ ਲਏ 2 ਘਟਾ ਕੇ। ਉਮੀਦ ਕਰਦਾ ਸਮਝ ਆ ਗਿਆ। ਤਾਂ 15% ਉਸ ਸਦਨ ਦਾ ਕੁੱਲ 15% ਕੀ ਹੋਊਗਾ ਮੰਤਰੀ ਮੰਡਲ ਚ ਹੋਊਗਾ। फटाफट गाइस फटाफट आ कैलकुलेशन मैथ आ गया ना, मसा पिछा छड्डिया सी दोबारा फिर पिछे आ गया, कोई ना ਇਹਦੇ ਵਾਸਤੇ ਵੀ मैं हैगा। ਮੰਤਰੀ ਮੰਡਲ ਯੈਸ। ਤੇ ਇਹ ਮੰਤਰੀ ਮੰਡਲ ਕਿੰਨੇ ਤਰ੍ਹਾਂ ਦਾ ਹੁੰਦਾ ਹੈ, ਇਸ ਮੰਤਰੀ ਮੰਡਲ ਚ ਕਿੰਨੇ ਤਰ੍ਹਾਂ ਦੇ ਮੰਤਰੀ ਹੁੰਦੇ ਨੇ 3 ਤਰ੍ਹਾਂ ਦੇ ਮੰਤਰੀ ਹੁੰਦੇ ਨੇ। ਵੈਰੀ ਫਰਸਟ ਇਜ਼ ਦਾ कैबिनेट मिनिस्टर, दूजे नंबर पे मिनिस्टर ऑफ स्टेट, तीजे नंबर पे डेप्यूटी मिनिस्टर, यस डेप्यूटी मिनिस्टर। गाइस अंडरस्टैंड, ऐसा क्लियर है यस। 3 तरह के मिनिस्टर्स ने, कैबिनेट मिनिस्टर्स, मिनिस्टर ऑफ स्टेट्स ते डेप्यूटी मिनिस्टर्स। ਇਹਨਾਂ ਵਿੱਚੋਂ ਮੋਸਟ ਇੰਪੋਰਟੈਂਟ ਮਿਨਿਸਟਰੀ ਕਿਹੜੀ ਹੁੰਦੀ ਹੈ ਜਿਹੜੀ ਕਿ ਤੁਸੀਂ ਨਿਊਜ਼ 'ਚ ਸੁਣਦੇ ਹੋਗੇ ਹੋ, ਤੁਹਾਨੂੰ ਪਤਾ ਕਿ ਵੀ ਉਹਦਾ ਫਲਾਣਾ ਕੈਬਨਿਟ ਮਿਨਿਸਟਰ ਹੈ, ਪੰਜਾਬ 'ਚ ਚੱਲਦੀ ਹੋਊਗੀ ਗੱਲਾਂ। ਤਾਂ ਸਭ ਨਾਲੋਂ ਮੇਨ ਮਿਨਿਸਟਰੀ ਕਿਹੜੀ ਹੈ ਕੈਬਨਿਟ ਮਿਨਿਸਟਰ, ਮੇਨ ਪੋਲਿਸੀ ਮੇਕਰ। ਗਾਇਸ ਲਿਖ ਲਿਓ ਇਹ, ਆਪਣੇ ਇੰਡੀਆ ਦੇ ਵਿੱਚ ਮੇਨ ਪੋਲਿਸੀ ਮੇਕਰਸ ਕੌਣ ਹੁੰਦੇ ਨੇ, ਅਸਲ ਦੇ ਵਿੱਚ ਪਾਲਿਸੀਆਂ ਕੌਣ ਬਣਾਉਂਦੇ ਨੇ ਕੈਬਨਿਟ ਮਿਨਿਸਟਰ। ਇਸ ਕੈਬਨਿਟ ਮਿਨਿਸਟਰਾਂ ਦੀ ਮੀਟਿੰਗ ਦੇ ਵਿੱਚ ਕੋਈ ਸ਼ਾਮਿਲ ਨਹੀਂ ਹੁੰਦਾ, ਨਾ ਨਿਚਲੇ ਹੋ ਸਕਦੇ ਨੇ, ਨਿਚਲੇ ਵੀ ਨਹੀਂ ਹੋ ਸਕਦੇ, ਕੋਈ ਵੀ ਨਹੀਂ ਸ਼ਾਮਿਲ ਹੋਊਗਾ। ਇਹ ਗੌਰ ਫਰਮਾ ਲਿਓ ਕਿ ਇਹ ਜੋ ਕੈਬਨਿਟ ਮਿਨਿਸਟਰ ਹੈ ਨਾ ਮੇਨ ਪੋਲਿਸੀ ਮੇਕਰ ਹੈ, ਇਸ ਦੀਆਂ ਮੀਟਿੰਗਾਂ ਦੇ ਵਿੱਚ ਕੋਈ ਸ਼ਾਮਿਲ ਨਹੀਂ ਹੁੰਦਾ, ਨਾ ਮਿਨਿਸਟਰ ਆਫ ਸਟੇਟ ਤੇ ਨਾ ਹੀ ਡਿਪਟੀ ਮਿਨਿਸਟਰ। ਬਹੁਤ ਵੱਡਾ ਰੋਲ। ਹੁਣ ਕੈਬਨਿਟ ਮਿਨਿਸਟਰ ਹੋਰ ਤਰੀਕੇ ਨਾਲ ਸਮਝ ਲੈਂਦੇ ਆ। ਤੁਸੀਂ ਸੁਣਿਆ ਹੋਊਗਾ ਵੱਡੇ ਵੱਡੇ ਮਹਿਕਮੇ, ਕੈਬਨਿਟ ਮਿਨਿਸਟਰੀ ਦੇ ਵਿੱਚ ਕੀ ਹੈ ਮਹਿਕਮੇ ਮਿਲਦੇ ਨੇ, ਪੋਰਟਫੋਲੀਓ ਮਿਲਦੇ ਨੇ। ਜਿਵੇਂ ਕਿ ਕਹਿ ਦਾਂਗੇ ਮੈਂ, ਆਪਾਂ ਕਹਿ ਦਿੰਦੇ ਆ ਕਿ ਵੀ ਆਹ ਡਿਫੈਂਸ ਮਿਨਿਸਟਰ ਹੈ, ਇਹ ਹੋਮ ਮਿਨਿਸਟਰ ਹੈ, ਇਹ ਹੋਮ ਮਿਨਿਸਟਰ ਹੈ। ਪੀਐਮ ਤਾਂ ਦੇਖੋ ਮੀਟਿੰਗ ਅਟੈਂਡ ਕਰੂਗਾ ਹੀ ਕਰੂਗਾ, ਯਸ कैबिनेट मिनिस्टर विद पीएम ओनली, ठीक है। और डिफेंस मिनिस्टर हो गया, फाइनेंस मिनिस्टर हो गया, फॉरेन मिनिस्टर हो गया, ठीक है ना, इकोनॉमिक मिनिस्टर हो गया, ये वड्डियां वड्डियां, डिफेंस मिनिस्टर हो गया, रेलवे मिनिस्टर हो गया, ये सारे के सारे कैबिनेट मिनिस्टर्स होंगे। लॉ मिनिस्टर हो गया,
एनवायरमेंट मिनिस्टर हो गया। सो दीज आर द एग्जांपल्स ऑफ कैबिनेट मिनिस्टर्स। ਤਾਂ ਮੇਨ ਪੋਲਿਸੀ ਮੇਕਰ ਕਿਹੜੇ ਹੁੰਦੇ ਨੇ? ਕੈਬਨਿਟ ਮਿਨਿਸਟਰ। ਇਹ ਦੋਨਾਂ ਦਾ ਕੰਮ ਕੀ ਹੈ? ਇਹ ਦੋਨਾਂ ਦਾ ਕੰਮ ਕੀ ਹੈ? ਉੱਪਰਲਿਆਂ ਦੀ ਹੈਲਪ ਕਰਨਾ। ਕੀ ਕੰਮ ਹੈ? ਉੱਪਰਲਿਆਂ ਦੀ ਹੈਲਪ ਕਰਨਾ। चलो जी, समझ आ गई है क्राइटेरिया। एक वर्ड लिखना हूं, कलेक्टिव रिस्पॉन्सिबिलिटी। कलेक्टिव रिस्पॉन्सिबिलिटी आर्टिकल 75(3) ਦੇ ਵਿੱਚ ਆਉਂਦੀ ਹੈ। 75(3) कलेक्टिव रिस्पॉन्सिबिलिटी। ਲੋਕ ਸਭਾ ਦੇ ਸਾਰੇ ਮੈਂਬਰ ਆਪਣੇ ਕੰਮਾਂ ਕਾਰਾਂ ਲਈ ਕਿਹਨੂੰ ਜ਼ਿੰਮੇਵਾਰ ਨੇ, ਕਿਹਨੂੰ ਜਵਾਬਦੇਹ ਨੇ? ਤੁਸੀਂ ਤੁਹਾਨੇ ਕੋਈ ਚੀਜ਼ ਲੈਣੀ ਹੈ, ਕੋਸਟਲੀ ਚੀਜ਼ ਲੈਣੀ ਹੈ, ਤਾਂ ਤੁਸੀਂ ਕਿਹਨੂੰ ਕਹੋਗੇ? ਘਰਦਿਆਂ ਨੂੰ ਕਹੋਗੇ ਨਾ? ਤੁਸੀਂ ਆਪਣੇ ਘਰਦਿਆਂ ਨੂੰ ਜ਼ਿੰਮੇਵਾਰ ਹੋ। ਇसी तरह लोक सभा के सारे मैंबर रिस्पोंसिबल किसनू ने? लोक सभा ਨੂੰ। ਤਾਂ ਕਲੈਕਟਿਵ ਰਿਸਪੌਂਸਿਬਿਲਟੀ ਹੈ, ਇਕੱਠਿਆਂ ਦੀ ਰਿਸਪੌਂਸਿਬਿਲਟੀ ਹੈ ਆਪਣੇ ਹਾਊਸ ਨੂੰ ਬਚਾਉਣ ਦੀ। ਕਿਉਂਕਿ ਇਹ ਜੋ ਲੋਕ ਸਭਾ ਦੇ ਮੈਂਬਰ ਨੇ ਨਾ, ਇਹ ਇੱਕ ਟੀਮ ਹੈ। ਇਹ ਇੱਕ ਟੀਮ ਹੈ ਤੇ ਇਸ ਦੇ ਮੈਂਬਰ ਇਕੱਠੇ ਡੋਬਣਗੇ ਤੇ ਇਕੱਠੇ ਤੈਰਨਗੇ। It is a team, its members sink or swim together। Yes, ਇਹ ਟਰਮ ਆਉਂਦੀ ਹੈ। ਪਰ ਕੀ ਚਾਹੂਗੀ ਇਹ 75(3) ਦੇ ਵਿੱਚ। 75(3) ਦੇ ਵਿੱਚ अब ये एक पर्सन है जो मैंने नेक्स्ट पॉइंट बनाया। यह एक पर्सन है। यह पर्सन मिनिस्टर बन सकता, मतलब कोई आम व्यक्ति मिनिस्टर बन सकता? गाइस यस, मिनिस्टर बन सकता। पर जे वो मिनिस्टर बनूगा ਉਹਦੇ ਚ कोई खूबी तो होनी चाहिए है, कोई स्पेसिफिक पॉइंट्स तो होने चाहिए ने, कुछ प्रोफेशन तो होना चाहिए है। यस, होना चाहिए, इस व्यक्ति च होगा ਤਾਂ ਇਹ ਕੀ ਬਣ ਸਕਦਾ? ਤਾਂ ਕੋਈ ਵੀ ਪਰਸਨ ਮਿਨਿਸਟਰ ਬਣ ਸਕਦਾ। ਤੇ ਉਹ ਕਿੰਨੇ ਸਮੇਂ ਲਈ ਬਣ ਸਕਦਾ ਮਿਨਿਸਟਰ? ਜੇ 6 ਮਹੀਨੇ ਦੇ ਅੰਦਰ ਅੰਦਰ ਇਹਨੇ ਦਿਲ ਨਹੀਂ ਜਿੱਤਿਆ ਆਪਣੇ ਕੰਮਾਂ ਕਾਰਾਂ ਤੋਂ, ਆਪਣੇ ਸਪੈਸਿਫਿਕ ਪੁਆਇੰਟਸ ਤੋਂ, ਪ੍ਰੋਫੈਸ਼ਨਲਾਈਜ਼ ਤੋਂ, ਤਾਂ ਇਹਨੂੰ ਹਟਾ ਦਿੱਤਾ ਜਾਊਗਾ ਮਿਨਿਸਟਰੀ ਤੋਂ। ਇਹਦੀ ਮਿਨਿਸਟਰੀ ਖੋਲੀ ਜਾਊਗੀ। ਯਸ, ਤਾਂ ਸਰਕਾਰ ਕਿਸੇ ਨੂੰ ਬਣਾ ਸਕਦੀ ਹੈ ਮਿਨਿਸਟਰ? ਯਸ, ਬਣਾ ਸਕਦੀ ਹੈ। ਤਾਂ ਆਪਣੇ ਇੰਡੀਆ ਦੇ ਵਿੱਚ ਬਹੁਤ ਸਾਰੇ ਪਰਸਨ ਨੇ ਉਹ ਡਾਇਰੈਕਟਲੀ ਕੀ ਨੇ? ਕੈਬਨਿਟ ਮਿਨਿਸਟਰ ਬਣੇ ਨੇ। ਮਿਨਿਸਟਰ ਛੱਡੋ, ਕੈਬਨਿਟ ਮਿਨਿਸਟਰ ਬਣਾਤੇ ਮੋਦੀ ਸਾਹਿਬ ਨੇ। ਜਿਵੇਂ ਕਿ ਅਰੁਣ ਜੇਟਲੀ ਜੀ ਹਾਰੇ ਹੋਏ ਸੀ ਐਮਪੀ ਦੀ ਸੀਟ ਤੋਂ। ਕਿੱਥੋਂ ਹਾਰੇ ਸੀ? ਕੀ ਤੁਹਾਨੂੰ ਪਤਾ ਕਿੱਥੋਂ ਹਾਰੇ ਸੀ ਉਹ? ਅੰਮ੍ਰਿਤਸਰ ਤੋਂ। ਕਿੰਨੇ ਹਰਾਇਆ ਸੀ? ਕੈਪਟਨ ਨੇ ਹਰਾਇਆ ਸੀ। ਇਹ ਕਦੋਂ ਦੀਆਂ ਗੱਲਾਂ ਕਰ ਰਹੇ ਹਾਂ? ਇਹ ਮੈਂ ਲੋਕ ਸਭਾ ਦੀਆਂ ਵੋਟਾਂ ਦੀਆਂ ਗੱਲਾਂ ਕਰ ਰਿਹਾ। ਤਾਂ ਫਿਰ ਵੀ ਦੇਖੋ ਕੀ ਹੋਇਆ। ਫਿਰ ਵੀ ਕੀ ਹੈ? ਅਰੁਣ ਜੇਟਲੀ ਨੂੰ ਕੀ ਬਣਾ ਦਿੱਤਾ ਗਿਆ ਸੀ? ਫਾਈਨਾਂਸ ਮਿਨਿਸਟਰ। ਇੱਕ ਹੋਰ ਪਰਸਨ ਦਾ ਨਾਮ ਮੈਨੂੰ ਯਾਦ ਆ ਰਿਹਾ, ਗੋਆ ਦੇ ਸੀਐਮ ਸੀ। ਗੋਆ ਦੀ ਸੀਐਮ ਜੋ ਅਸਤੀਫਾ ਦਵਾਇਆ, ਉਹਨੂੰ ਸਿੱਧਾ ਕੀ ਹੈ? ਡਿਫੈਂਸ ਮਿਨਿਸਟਰ ਬਣਾਤਾ ਸੀ, ਮਨੋਹਰ ਪਾਰੀਕਰ।
मनोहर पारीकर सीएम सी गोवा ਦੇ बीजेपी ਤੋਂ ਉਹਨਾਂ ਨੂੰ ਅਸਤੀਫਾ ਦਵਾਇਆ, ਉਹਨਾਂ ਨੂੰ ਸਿੱਧੀ ਕੀ ਹੈ ਡਿਫੈਂਸ ਮਿਨਿਸਟਰੀ ਸੰਭਾਲਤੀ ਕਿ ਤੁਸੀਂ ਆਹ ਸੰਭਾਲੋ। मतलब ਇਹ ਬੰਦੇ ਸੀ ਨਾ, ਇਹ ਬੰਦਿਆਂ ਦੇ ਵਿੱਚ ਕੁਝ ਖਾਸ ਸੀਗਾ ਜੋ ਕਿ ਉਸ ਡਿਪਾਰਟਮੈਂਟ ਦਾ ਮੁਖੀ ਜਾਂ ਮਿਨਿਸਟਰ ਬਣਾਉਣਾ ਜ਼ਰੂਰੀ ਸੀ ਇਹਨਾਂ ਨੂੰ। ਹੁਣ ਜ਼ਰੂਰੀ ਥੋੜਾ ਨਾ ਕਿ ਜਿੰਨੇ ਵੀ ਇਹ ਨੇਤਾ ਹੁੰਦੇ ਨੇ ਸਾਰੇ ਦੇ ਸਾਰੇ ਪੜ੍ਹੇ ਲਿਖੇ ਹੁੰਦੇ ਨੇ ਜਾਂ ਫਿਰ ਡਿਗਰੀਜ਼ ਕਰ ਰੱਖੀਆਂ ਹੁੰਦੀਆਂ ਨੇ ਕੁਝ ਨਾ ਕੁਝ। ਜੇ ਨਹੀਂ ਕੀਤੀਆਂ ਹੁੰਦੀਆਂ ਨਾ ਤਾਂ ਇਹ ਬੰਦੇ ਲੱਭਦੇ ਨੇ ਤਗੜੇ ਚੰਗੇ ਸਾਊਥ ਵਾਲੇ। ਤਾਂ ਇਹ ਪਰਸਨ ਮੈਕਸਿਮਮ 6 ਮੰਥ ਵਾਸਤੇ ਕੀ ਹੈ ਬਣ ਸਕਦਾ। ਇਸ ਤੋਂ ਬਾਅਦ ਇਹ ਤੋਂ ਕੀ ਮਹਿਕਮਾ ਖੋਲਿਆ ਜਾਊਗਾ ਜੇ ਇਹ ਯੈਸ। ਤਾਂ ਕੋਈ ਵੀ ਬੰਦਾ ਚਾਹੇ ਉਹ ਨਾ ਲੋਕ ਸਭਾ ਦਾ ਮੈਂਬਰ ਹੈ ਤੇ ਨਾ ਹੀ ਰਾਜ ਸਭਾ ਦਾ ਮੈਂਬਰ ਹੈ, ਆਮ ਬੰਦਾ ਹੈ, ਪਰ ਹਾਂ ਉਸਦੇ ਵਿੱਚ ਬੜੇ ਤਗੜੇ ਕਮਿਊਨੀਕੇਸ਼ਨ ਸਕਿੱਲਸ ਨੇ, प्रोफेशनलिज्म है, तो वो 6 महीने वाले मिनिस्टर बनूंगा। अदरवाइज उसको पता ही है। एक मिनिस्टर है लोक सभा का, एक मिनिस्टर है लोक सभा का। यह मिनिस्टर की राज्य सभा दियां कार्रवाइयां विच बोल सकता है, यस और नो, यस और नो। लोक सभा का मिनिस्टर की राज्य सभा दियां कार्रवाइयां दे विच भाग ले सकता है। पहला तो ऐ दसो भाग लऊगा, बोलण दी गल तक बाद विच पार्टिसिपेट कर सकता? जवाब नहीं आया हाले तक। यस कर सकता पार्टिसिपेट। इत्थे बोल सकता, दूसरे हाउस जाके बोल सकता, यस बोल सकता, पर की नहीं कर सकता, वोट नहीं दे सकता। अनदर इंपॉर्टेंट चीज, राइट। तो उम्मीद करता है एंड तक ये क्लैरिफाई हो गया होगा ओवरऑल सारे का सारा। आगे आगे पार्लियामेंट पार्ट है, पार्लियामेंट केड़े पार्ट जाता आगे पार्ट 5 चाहूंगा केड़े आर्टिकल तो केड़े आर्टिकल तक 79 तो लेके 122 तक पार्लियामेंट दे बारे है। पार्ट 5 79 तो लेके 122 तक पार्ट 5 पार्लियामेंट है। आर्टिकल 79 की कहता पार्लियामेंट कंसिस्ट ऑफ, पार्लियामेंट किसदा बनया होया है, पार्लियामेंट दे किन्ने अंग ने। इनू पार्ट ना कह दियो, कदे भी पार्ट ना कह दियो, इनू अंग कहने ने, ऑर्गन अंग ने। वो अंग जितो बिना की पार्लियामेंट नहीं चल सकता, सारे जुड़े हुए। आर्टिकल 79 की कहता पार्लियामेंट दे 3 अंग हुंदे, जिवें कि पहले नंबर पे प्रेसिडेंट, दूसरे नंबर पे राज्यसभा। राज्यसभा केड़े आर्टिकल च आउंदी है 80 दे विच आउंदी है, लोक सभा 81 दे विच आउंदी है। पार्लियामेंट दे किन्ने अंग हुंदे ने, 3 अंग हुंदे ने कह दियो। पेपर च पूछ लिया हेठ लिखिया विचों केड़ा पार्लियामेंट दा अंग नहीं है, कि राष्ट्रपति है यस, की राज्यसभा है यस, की लोकसभा है यस। आर्टिकल 52 राष्ट्रपति, राज्यसभा 80 दे विच ते 81 दे विच लोकसभा। राज्यसभा की है अपर हाउस, उपरला सदन। लोकसभा की है लोअर हाउस, हेठला सदन। पर दोनों विचों केड़ा पावरफुल है, लोकसभा लोअर हाउस मोर पावरफुल देन अपर हाउस। एक चीज समझ आ गई। ते इत्थे होर भी गौर फरमाइयो, राष्ट्रपति ना ही लोकसभा दा ते ना ही राज्यसभा दा, ये दोनों दा मैंबर नहीं है।
पर फिर भी एक बहुत जरूरी अंग है। वो अंग किवें है जरूरी? क्योंकि लोक सभा राज्य सभा ਦੇ ਵਿੱਚੋਂ ਕੋਈ ਵੀ ਬਿੱਲ ਪਾਸ ਹੋ ਕੇ ਜਾਂਦਾ ਹੈ ਤਾਂ ਇਹ ਬਿੱਲ ਪਾਸ ਹੋ ਕਿੱਥੇ ਜਾਊਗਾ? ਰਾਸ਼ਟਰਪਤੀ ਕੋਲ। ਜੇ ਇਹਦੀ ਘੁੱਗੀ ਨਾ ਵੱਜੀ ਤਾਂ ਉਹ ਬਿੱਲ ਬਿੱਲ ਰਹਿ ਜਾਊਗਾ, ਉਹ ਐਕਟ ਨਹੀਂ ਬਣ ਸਕਦਾ। ਉਹ ਐਕਟ ਨਹੀਂ ਬਣ ਸਕਦਾ। ਤੁਹਾਨੂੰ ਸਭ ਨੂੰ ਪਤਾ ਹੈ ਜਿੰਨੀ ਦੇਰ ਤੱਕ ਇਹ ਰਾਸ਼ਟਰਪਤੀ ਆਪਣੀ ਪ੍ਰਵਾਨਗੀ ਨਹੀਂ ਦਿੰਦਾ ਕਿਸੇ ਬਿੱਲ ਨੂੰ, ਉਨੀ ਦੇਰ ਤੱਕ ਕੀ ਉਹ ਐਕਟ ਕਾਨੂੰਨ नहीं बन सकता। यस, बहुत जरूरी अंग है। क्लियर? ਤੇ ਇਸ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਜਿਹੜੇ ਮੈਂਬਰ ਹੁੰਦੇ ਨੇ ਕੀ ਕਹਿਲਾਉਂਦੇ ਨੇ? ਐਮਪੀ ਕਹਿਲਾਉਂਦੇ ਨੇ। ਐਮਪੀ ਕੋਲ ਕਹਿਲਾਉਂਦੇ ਨੇ। ਯਸ, ਐਮਪੀ ਕਹਿਲਾਉਂਦੇ ਨੇ। ਕਿ ਇਹ ਐਮਪੀਆਂ ਦੀ ਯੋਗਤਾ ਦੇਖੀ ਜਾਂਦੀ ਹੈ ਇਹਨਾਂ ਨੂੰ ਬਣਾਉਣ ਤੋਂ ਪਹਿਲਾਂ? ਕਿ ਐਮਪੀਆਂ ਦਾ ਪਿਛੋਕੜ, ਪਿਛਲਾ ਜੋ बैकग्राउंड है देखा जाता है? जे उसका बैकग्राउंड माड़ा है, गलत है, नेगेटिव है, इलीगल है तो उसनु आयोग ठहराया जा सकता है। यस, ते वोटां च खड़े भी नहीं होने दिता जा सकता। तो ये चीजां कित्थे आईयां? डिसक्वालिफिकेशन मतलब अयोग्यतावां। ये अयोग्यतावां किहदे विच ने? रिप्रेजेंटेशन ऑफ पीपल एक्ट दे विच की है अयोग्यता। अयोग्यता नंबर फर्स्ट, पहले नंबर पे मैं एमपीआं की गल कर रहा, एक व्यक्ति की गल कर रहा, एक एमपी की गल कर रहा। एक एमपी कदों अयोग डिसक्वालीफाई किया जाऊगा ਉਹਦੇ ਬਾਰੇ ਜੇ ਕੋਈ ਐਮਪੀ ਦੇਖੋ ਵੋਟਾਂ ਦੇ ਵਿੱਚ ਕੀ ਹੈ ਰਿਸ਼ਵਤ ਦਿੰਦਾ ਹੋਇਆ ਫੜਿਆ ਗਿਆ ਜਾਂ ਇਲੈਕਸ਼ਨ ਦੇ ਵਿੱਚ ਕੀ ਹੈ ਗੜਬੜੀ ਕਰਦਾ ਹੋਇਆ ਫੜਿਆ ਗਿਆ ਤਾਂ ਉਸ ਨੂੰ ਆਯੋਗ ਠਹਿਰਾਇਆ ਜਾਊਗਾ। ਜੈਨੂਨ ਜੀ ਗੱਲ ਹੈ। ਜੇ ਕਾਰਵਾਈ ਨਹੀਂ ਅੱਗੇ ਵਧੀ, ਉਹਨੇ ਕਾਰਵਾਈ ਵਧਣ ਤੋਂ ਪਹਿਲੇ ਹੀ ਰੋਕਤਾ ਤਾਂ ਫਿਰ ਵੱਜ ਜਾਊਗਾ। ਨਹੀਂ ਤਾਂ ਤੁਹਾਨੂੰ ਪਤਾ ਜੇ ਉਹ ਕਰਪਸ਼ਨ ਪ੍ਰੈਕਟਿਸ ਇਨ ਦੀ ਇਲੈਕਸ਼ਨ, ਸਰਟਨ ਇਲੈਕਸ਼ਨ ਆਫੈਂਸਿਸ करता पाया गया, दोषी पाया गया तो उन्होंने हटा दिता जाऊगा। यस, बिल्कुल। दूसरे नंबर पे ਉਹ 2 ਜਾਂ 2 ਤੋਂ ਜ਼ਿਆਦਾ 2 ਜਾਂ 2 ਤੋਂ ਜ਼ਿਆਦਾ ਸਾਲਾਂ ਲਈ ਜੇਲ੍ਹ ਵਿੱਚ ਕੈਦ ਨਾ ਹੋਇਆ ਹੋਵੇ, ਦੋਸ਼ੀ ਨਾ ਠਹਿਰਾਇਆ ਗਿਆ ਹੋਵੇ। मतलब जो कोई बंदा वोटां च खड़ा होने तो पहला की है कि 2 साल तो ऊपर की सजा कट के आया, ये नहीं खड़ा हो सकता। पर ध्यान रखियो जे उसनू सरकार ने प्रीवेंटिव डिटेंशन दसिया सी ना, निवारक नजरबंदी, शक के आधार पर फड़ लिया गया, उदों नहीं उन्होंने दोषी ठहराया जाऊगा, चाहे 2 साल 5 साल हो गए, उदों नहीं होगा। अगर तीजे नंबर पे जे ओह अपने इलेक्शन का जो खर्चा है समय सिर नहीं दे सकिया, he must not have failed to lodge an account of his election expenses within the time। एक समा हुंदा है, एक समा हुंदा है हर एक बंदे नूं इलेक्शन दे विच खर्चा कितना कीता, वो खर्चा समय सिर देना पऊगा। उन्होंने किनू देना पऊगा? इलेक्शन कमीशन। हर बंदा तुहानू पता वोटां च खड़ा होने वास्ते पैसा तो लगांदा लाखां रुपया, उस खर्चे का ब्यौरा दसना पऊगा तेने कित्थे कित्थे खर्चे ने, तेरे एक्सपेंसिव कित्थे कित्थे गए ने। यस, इस तो इलावा कि उसदे कोले कोई गवर्नमेंट कंट्रैक्ट ना होवे,
गवर्नमेंट के अंडर सर्विस ना करता हो, जब गवर्नमेंट कॉन्ट्रैक्ट ना हो, मतलब कोई बंदा सपोज दैट कोई एसएसपी आ, वो दुखी होके की आ एमपी दी वोटां च खड़ा होगा, पर उन्होंने पहला अस्तीफा देना पऊगा। जे ऐ नहीं हो सकता कि नाल नाल एसपी भी नाल नाल वोटां च खड़ा हो गया, एक टाइम च एक चीज किसी गवर्नमेंट के कॉन्ट्रैक्ट च किसी सर्विस ते ना लग्या हो। इस तो इलावा और की हो सकता? वो बंदा डिसमस नहीं किया जाना चाहिए गवर्नमेंट को, कि किसी सरकार ने किसी इंपलॉय ਨੂੰ ਕੀ ਹੈ डिसमिस करता, क्योंकि वो सरकार के खिलाफ चल रहा सी, मतलब डिसलॉयल सी, डिसलॉयल्टी टू दी स्टेट, वफादार नहीं सी सरकार दे वल, पर की है उन्होंने विरुद्ध सी, तो सरकार ने किया उसको डिसमिस करता, कि वो बंदा खड़ा हो जाऊगा वोटां च? नहीं हो सकता। यस, सो दीज आर इंपॉर्टेंट वंस, ठीक है, इंपॉर्टेंट वंस। ਜੇ ਹੋਰ ਤੁਸੀਂ ਸੁਣਨਾ ਚਾਹੁੰਦੇ ਹੋ ਕਿ ਵੀ ਅਲੱਗ-ਅਲੱਗ ਗਰੁੱਪਾਂ ਨੂੰ ਭੜਕਾਉਂਦਾ ਨਾ ਹੋਵੇ, ਮਤਲਬ ਕਿ ਅਲੱਗ-ਅਲੱਗ ਧਰਮਾਂ ਦੇ ਗਰੁੱਪਾਂ ਨੂੰ ਭੜਕਾਉਣ ਵਾਸਤੇ ਦੋਸ਼ੀ ਨਾ ਠਹਿਰਾਇਆ ਜਾਵੇ। ਤੁਹਾਨੂੰ ਪਤਾ ਸਮਾਜ ਦੇ ਵਿੱਚ ਬਹੁਤ ਸਾਰੇ ਗਰੁੱਪਸ ਨੇ ਨਾ, ਸਮਾਜ 'ਚ ਬਹੁਤ ਸਾਰੇ ਗਰੁੱਪਸ ਨੇ, ਉਹਨਾਂ 'ਚ ਕੀ ਹੈ ਅਨਟਚੇਬਿਲਟੀ, ਡੋਰੀ, ਸਤੀ ਪ੍ਰਥਾ, ਇਹ ਚੀਜ਼ਾਂ ਨੂੰ ਕੀ ਹੈ ਅਪਣਾਉਂਦਾ ਨਾ ਹੋਵੇ, ਇਸ ਦੇ ਖਿਲਾਫ ਹੋਵੇ, ਇਹਨਾਂ ਦੇ ਫੇਵਰ 'ਚ ਨਾ ਹੋਵੇ, ਗਰੁੱਪਾਂ ਨੂੰ ਭੜਕਾਉਂਦਾ ਨਾ ਹੋਵੇ। ਇਹਨਾਂ ਵਿੱਚੋਂ ਕੋਈ ਵੀ ਇੱਕ, ਇਹਨਾਂ ਅਯੋਗਤਾਵਾਂ ਵਿੱਚੋਂ ਕੋਈ ਵੀ ਇੱਕ ਜੇ ਪਾਈ ਗਈ ਹੈ ਤਾਂ ਉਸ ਨੂੰ ਡਿਸਕੁਆਲੀਫਾਈ ਕਰਨ ਦੀ ਸ਼ਕਤੀ ਕਿਸ ਕੋਲੇ ਹੈ? ਇਸ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਦੇ ਅੰਡਰ ਜੇ ਕੋਈ ਬੰਦਾ ਅਯੋਗ ਠਹਿਰਾ ਦਿੱਤਾ ਤਾਂ ਇਸ ਨੂੰ ਅਯੋਗ ਠਹਿਰਾਉਣ ਦੀ ਜਿਹੜੀ ਮੁੱਖ ਸ਼ਕਤੀ ਹੈ ਉਹ ਕਿਹਦੇ ਕੋਲੇ ਹੈ? ਕਿਹਦਾ ਡਿਸੀਜਨ ਫਾਈਨਲ ਹੋਊਗਾ? प्रेसिडेंट, प्रेसिडेंट का। राइट गाइस, ये तो समझ आ गई। इस तो बाद एंटी डिफेक्शन एक्ट, एंटी डिफेक्शन एक्ट ਨੂੰ ਕੀ ਬੋਲਦੇ ਆ? ਦਲ ਬਦਲੀ ਕਾਨੂੰਨ। ਦਲ ਬਦਲੀ ਕਾਨੂੰਨ मतलब ਵੋਟਾਂ ਤੋਂ ਪਹਿਲਾਂ ਦਲ ਬਦਲ ਲੋ, ਕੋਈ ਚੱਕਰ ਨਹੀਂ, ਵੋਟਾਂ ਤੋਂ ਬਾਅਦ ਜੇ ਕੋਈ ਚੁਣਿਆ ਗਿਆ ਉਹ ਦਲ ਨਹੀਂ ਬਦਲ ਸਕਦਾ, ਤਾਂ ਦਲ ਬਦਲੀ ਕਾਨੂੰਨ। ਇਹ ਦਲ ਬਦਲੀ ਕਾਨੂੰਨ ਆਇਆ ਕਦੋਂ ਸੀ? 52ਵੀਂ ਅਮੈਂਡਮੈਂਟ 1985 ਚ। ਇਹ ਕਿਸ ਅਨੁਸੂਚੀ ਦੇ ਵਿੱਚ ਹੈ? 10ਵੀਂ ਅਨੁਸੂਚੀ ਦੇ ਵਿੱਚ ਹੈ। ਇਸ ਦਲ ਬਦਲੀ ਦਾ ਜਿਹੜਾ ਜਨਮ ਹੋਇਆ ਸੀ ਉਹ ਕਿੱਥੇ ਹੋਇਆ ਸੀ? ਆਇਆ ਰਾਮ ਗਿਆ ਰਾਮ ਜੋ ਇੱਕ ਫਰੇਜ਼ ਹੈ, ਇਹਦਾ ਜਨਮ ਕਿੱਥੇ ਹੋਇਆ ਸੀ? ਹਰਿਆਣੇ ਦੇ ਵਿੱਚ। ਹਰਿਆਣੇ ਦੇ ਵਿੱਚ ਹੋਈ ਸੀ, ਮਤਲਬ ਕਿ ਇਸ ਦੀ ਘਟਨਾ, ਦਲ ਬਦਲਣ ਦੀ ਜਿਹੜੀ ਘਟਨਾ ਸੀ ਉਹ ਪਹਿਲਾਂ ਹਰਿਆਣੇ 'ਚ ਹੋਈ ਸੀ। ਯੈਸ, ਇਸ ਦਲ ਬਦਲੀ ਦੇ ਅਧੀਨ, ਇਸ ਦਲ ਬਦਲੀ ਦੇ ਅਧੀਨ ਜੇ ਕੋਈ ਬੰਦਾ ਦੋਸ਼ੀ ਪਾਇਆ ਜਾਂਦਾ ਹੈ, ਬਹੁਤ ਧਿਆਨ ਨਾਲ ਸੁਣੋ, ਇਸ ਦਲ ਬਦਲੀ ਐਕਟ ਦੇ ਅਕੋਰਡਿੰਗ ਜੇ ਕੋਈ ਬੰਦਾ ਦੋਸ਼ੀ ਪਾਇਆ ਜਾਂਦਾ ਹੈ, ਚਾਹੇ ਉਹ ਲੋਕ ਸਭਾ ਦਾ ਹੈ, ਚਾਹੇ ਉਹ ਰਾਜ ਸਭਾ ਦਾ ਹੈ, ਚਾਹੇ ਉਹ ਲੋਕ ਸਭਾ ਦਾ ਹੈ, ਚਾਹੇ ਰਾਜ ਸਭਾ ਦਾ ਹੈ, ਜੇ ਦਲ ਬਦਲੀ ਕਾਨੂੰਨ ਅਧੀਨ ਉਹ ਦੋਸ਼ੀ ਪਾਇਆ ਗਿਆ ਤਾਂ ਲੋਕ ਸਭਾ ਦੇ ਐਮਪੀਆਂ ਨੂੰ ਹਟਾਊਗਾ ਕੌਣ? स्पीकर। ते राज्यसभा का चेयरमैन। दिस इज अ कॉमन, एक्चुअली एक चीज कॉमन समझ लो तुसी,
कि लोक सभा का जो मुखी है वो स्पीकर है, संभालता है, प्रधानगी करता है, वो हटाऊगा दल बदली कानून के अधीन जो कोई दोषी पाया गया, अयोग पाया गया। राज्यसभा का चेयरमैन, गौर फरमा लियो, इत्थे रोल नहीं है किसका, प्रेसिडेंट का कोई रोल नहीं, प्रेसिडेंट का इत्थे कोई रोल नहीं है, ये समझिए। ਆਪਾਂ ਹੁਣ तक सारिया गल्लां ਜਿਹੜੀਆਂ ਕੀਤੀਆਂ ਨੇ ਉਹ ਐਮਪੀਸ ਦੀਆਂ ਗੱਲਾਂ ਕੀਤੀਆਂ ਨੇ, ਚਾਹੇ ਉਹ ਲੋਕ ਸਭਾ ਹੈ ਚਾਹੇ राज्य सभा है, ध्यान रखिए। डबल मेंबरशिप, देखो जी, लोकसभा है चाहे राज्यसभा है, कोई भी सभा है दोनों चो ਉੱਥੇ ਦੇ ਹਾਊਸ ਦੀ ਸੀਟ ਕਦੋਂ ਖਾਲੀ ਮੰਨੀ ਜਾਊਗੀ, ਡਬਲ ਮੈਂਬਰਸ਼ਿਪ, ਡਬਲ ਮੈਂਬਰਸ਼ਿਪ ਦੇ ਸਮੇਂ ਦੇ ਵਿੱਚ ਇਹ ਸੀਟ ਖਾਲੀ ਮੰਨੀ ਜਾਊ। ਕਿਵੇਂ, ਸੁਣਿਓ, ਕਿ ਕੋਈ ਵਿਅਕਤੀ ਦੋਨੇ ਹਾਊਸਾਂ ਲਈ ਚੁਣਿਆ ਜਾ ਸਕਦਾ ਹੈ, ਕਿ ਆਹ ਜੋ ਵਿਅਕਤੀ ਹੈ ਇਹ ਲੋਕ ਸਭਾ ਲਈ ਚੁਣਿਆ ਗਿਆ ਤੇ ਇਹ ਰਾਜ ਸਭਾ ਲਈ ਚੁਣਿਆ ਗਿਆ, ਦੋਨਾਂ ਵਾਸਤੇ ਚੁਣਿਆ ਜਾ ਸਕਦਾ ਹੈ, यस दोनों वास्ते चुनिया जा सकता है, यस। पर हुण इन्हें डिसाइड करना है कि भी एक किदे नाल रहूगा ते एक किन्ने दिनां दे अंदर अंदर डिसाइड करूंगा, 10 दिनों के अंदर अंदर डिसाइड करूंगा कि इन्हें केड़ा हाउस चुनना है। मान लो इसने चुन लिया लोकसभा ते उस हाउस दे विच की है इहदी सीट खाली बनी जाऊगी, दिस इज कॉल्ड डबल मेंबरशिप। सेकंड वन, सेकंड वन इज रेजिग्नेशन, चाहे लोकसभा है चाहे राज्यसभा है, ਇੱਥੇ ਦੇ ਮੈਂਬਰਾਂ ਦੀ ਸੀਟ ਕਦੋਂ ਖਾਲੀ ਬਣੀ ਜਾਊਗੀ, ਜੇ ਉਹ ਅਸਤੀਫਾ ਦੇਗੇ ਤਾਂ ਅਲਟੀਮੇਟਲੀ ਸੀਟ ਖਾਲੀ ਹੋਗੀ। पर हाँ ਤੁਹਾਨੂੰ पता होना चाहिए कि लोक सभा ਤੇ राज्य सभा ਦੇ जो ਮੈਂਬਰਸ ਨੇ अपना ਅਸਤੀਫਾ ਕਿਹਨੂੰ ਦਿੰਦੇ ਨੇ, अपना रेजिग्नेशन किनू दिंदे ने टाइम तो पहला, तो लोक सभा का तो दूगा स्पीकर नूं ते राज्य सभा का दूगा चेयरमैन, लोक सभा का स्पीकर नूं ते राज्य सभा का चेयरमैन। गौर फरमाइए, एब्सेंस एब्सेंस हुंदी रहंदी है, यस हर एक दी एब्सेंस रहंदी है, एब्सेंट हुंदा रहंदा है, गैर हाजिर रहंदा है, चाहे वो लोक सभा का चाहे राज्य सभा का। जे कोई मैंबर लगातार किन्ने दिन गैर हाजिर रहूगा तो ओदी सीट खाली मनी जाऊगी, जे कोई एमपी लगातार डैश दिन गैर हाजिर रहा तो ओदी सीट की है खाली मनी जाऊगी लगातार। दो महीने या 60 दिन, इको ही गल है, यस गाइस इको ही गल है, पर कन्फ्यूज ना होइए, उत्थे कन्फ्यूज कर दिंदे ने, तुसीं 60 दिन पढ़िया रहिंदा है, उत्थे 2 महीने ऑप्शन आ जांदी है। ओथ और एफर्मेशन, जिन्नी देर तक कोई भी एमपी चाहे लोकसभा चाहे राज्यसभा का सौ नहीं चकदा, उन्नी देर तक की है वो पार्टिसिपेट भी नहीं कर सकता ते ना ही वोट दे सकता है, ना ही पार्टिसिपेट करूगा ते ना ही वोट दूंगा जिन्नी देर तक ये सौ नहीं चकदा। तो इन्हां एमपीज नूं सौ कौन चुकाउंदा है, कौन सौ चुकाउंदा है इन्हां नूं, मतलब कि लोकसभा ते राज्यसभा के एमपीज नूं सौ कौन चुकाउंदा है, प्रेसिडेंट। जी प्रेसिडेंट नहीं है तो फिर तब प्रेसिडेंट
ਕਿਸੇ ਨੂੰ ਅਪਾਇੰਟ ਕਰੂਗਾ ਇਸ ਕੰਮ ਨੂੰ ਨਿਭਾਉਣ ਵਾਸਤੇ। ਸਮ ਪਰਸਨ ਅਪਾਇੰਟਡ ਬਾय ਹਿਮ ਫॉर ਦਿਸ ਪਰਪਸ। ਜੇ ਰਾਸ਼ਟਰਪਤੀ ਨਹੀਂ ਹੈ ਤਾਂ ਕਿਸੇ ਬੰਦੇ ਨੂੰ ਨਿਯੁਕਤ ਕਰੂਗਾ ਇਸ ਕੰਮ ਨੂੰ ਨਿਭਾਉਣ ਵਾਸਤੇ। ਤੇ ਇਹਨਾਂ ਐਮਪੀਜ਼ ਦੀਆਂ ਜੋ ਸੈਲਰੀਜ਼ ਨੇ, ਪ੍ਰੀਵਿਲੇजेस ਨੇ, ਉਹ ਕੌਣ ਡਿਸਾਈਡ ਕਰੂਗਾ? ਜੋ ਤਨਖਾਹ ਤੇ ਭੱਤੇ ਨੇ ਇਹਨਾਂ ਐਮਪੀਜ਼ ਦੇ, ਉਹ ਡਿਸਾਈਡ ਕੌਣ ਕਰਦਾ ਹੈ? ਪਾਰਲੀਮੈਂਟ ਕਰਦਾ ਹੈ ਸਮੇਂ-ਸਮੇਂ ਸਿਰ। ਪਰ ਇਹਨਾਂ ਦੀ ਕੋਈ ਪੈਨਸ਼ਨ ਨਹੀਂ ਹੁੰਦੀ। ਪਰ ਪਾਰਲੀਮੈਂਟ ਇਹਨਾਂ ਦੀ ਪੈਨਸ਼ਨ ਲਗਾ ਸਕਦੀ ਹੈ। ਇਸ ਟਾਈਮ ਐਮਪੀਜ਼ ਦੀ ਕੀ ਹੈ, ਪੈਨਸ਼ਨ ਲੱਗੀ ਹੋਈ ਹੈ। ਠੀਕ ਹੈ ਨਾ? पार्लियामेंट डिसाइड करूंगा इस दे सैलरी एंड अलाउंस दैट एंटाइटल्ड देम, जिस दे हकदार ने। पर पार्लियामेंट इन्हां दी पेंशन लगा सकता है। ध्यान रखिए इन्हां दी तनख्वाह किस फंड चों आउंदियां ने? कंसोलीडेटेड फंड ऑफ इंडिया। Consolidated Fund of India. So these are important points. Just beginning हो गई है। तो उरे तक सबनों समझ आ गया जितने भी स्टूडेंट्स बैठे ने? जरा रिस्पॉन्स दे दो। यस ओके, काफी सारी चीजें नवी पता लगी होंगी आई एम श्योर।